ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ ਸਰ। ਹਾਲੇਲੂਇਆ ਜੀ ਆਪਾਂ ਜੀ ਪ੍ਰਕਾਸ਼ ਦੀ ਪੋਥੀ ਬੁੱਕ ਆਫ ਰੈਵਲੇਸ਼ਨ ਦੀ ਬਾਈਬਲ ਸਟੱਡੀ ਕਰ ਰਹੇ ਹਾਂ ਜੀ ਆਪਣੇ। ਹਾਂਜੀ 20 ਦੀ, ਹਾਂ 20ਵੇਂ ਚੈਪਟਰ ਦੀ 20ਵੇਂ ਅਧਿਆਇ ਦੀ 15 ਤੋਂ ਅੱਗੇ 11 ਤੋਂ 15, ਹਾਂ ਸੌਰੀ 11 ਤੋਂ 15 ਹਾਂਜੀ, ਅਤੇ 20 ਦੀ 11 ਤੋਂ 15 ਉਹ ਹੈਗਾ ਆ ਅੰਤਮ ਨਿਆਂ। ਹਾਂਜੀ ਐਂਡ ਜਿਹੜਾ ਜੱਜ ਹਾਂਜੀ ਵੱਡਾ ਚਿੱਟਾ ਤਖਤ, ਵੱਡੇ ਚਿੱਟੇ ਤਖਤ ਦੀ ਦਾ ਨਿਆਂ। ਹਾਂਜੀ, ਅਤੇ ਉਹਦੇ ਬਾਰੇ ਹੁਣ ਆਪਾਂ ਸਟੱਡੀ ਹੋਰ ਅੱਗੇ ਜਾਰੀ ਰੱਖਦੇ ਹਾਂ ਜੀ। ਇਹ ਵੱਡਾ ਇਸ ਲਈ ਕਿਹਾ ਗਿਆ, ਇਹਦੇ ਬੜੇ ਵੱਡੇ ਵੱਡੇ ਮਾਮਲਾਤ ਸੈੱਟ ਹੋਣਗੇ। ਅਤੇ ਇਹ ਜਿਹੜੀ ਹੈ ਉਹ ਜਿਹੜੇ 1000 ਸਾਲਾ ਬਾਦਸ਼ਾਹੀ ਤੋਂ ਪਹਿਲੇ ਜਿਹੜੇ ਵਿਸ਼ਵਾਸੀ ਨੇ ਜਿਹੜੇ ਨਰਕਾਂ 'ਚ ਹੋਣਗੇ, ਉਹ 1000 ਸਾਲਾ ਬਾਦਸ਼ਾਹੀ ਦੇ ਵਿੱਚ ਤੱਕ 1000 ਸਾਲਾ ਬਾਦਸ਼ਾਹੀ ਮੁੱਕਣ ਤੱਕ ਉਹ ਥੱਲੇ ਹੀ ਰਹਿਣਗੇ। ਹੁਣ ਟਾਈਮ ਆ ਗਿਆ ਕਿ ਉਹਨਾਂ ਨੂੰ ਬੁਲਾਇਆ ਜਾਏ। ਸੋ ਅਦਾਲਤ ਕਿਹਨਾਂ ਦੀ ਹੋਏਗੀ? ਜਜਮੈਂਟ, ਇਹ ਮਤਲਬ ਨਿਆਂ। ਇਹਦੇ ਕੁਝ ਪੁਆਇੰਟਸ ਦੇਖ ਲਈਏ। ਇਹ ਕਿਹਨਾਂ ਦੀ ਹੋਏਗੀ? ਇਹ ਸਵਾਏ ਇਹਨਾਂ ਨੂੰ ਕੱਢ ਕੇ, ਕਿਉਂਕਿ ਇਹਨਾਂ ਦੀ ਪਹਿਲੇ ਹੋ ਚੁੱਕੀ ਹੈ। ਜਿਹੜਾ ਯਿਸੂ ਦਾ ਵਿਰੋਧੀ ਤੇ ਝੂਠੇ ਨਬੀ ਤੋਂ ਝੂਠੇ ਨਬੀ ਫਾਲਸ ਪ੍ਰੋਫਟ ਤੋਂ ਇਲਾਵਾ ਉਹਨਾਂ ਸਾਰਿਆਂ ਦੀ ਹੋਏਗੀ ਜਿਹੜੀ ਆਲਰੇਡੀ 1000 ਸਾਲ ਬਾਦਸ਼ਾਹੀ ਦੇ ਵਿੱਚ ਵੀ ਨਰਕਾਂ ਦੇ ਵਿੱਚ ਸਨ, ਅਤੇ ਜਿਨ੍ਹਾਂ ਨੂੰ ਕਿਹਾ ਗਿਆ ਬੱਕਰੀਆਂ, ਗੋਟਸ। ਅਤੇ ਇਹਦੇ ਹਵਾਲੇ ਲਿਖ ਲਓ, ਇਹ ਉਹਨਾਂ ਦੀ ਜਜਮੈਂਟ ਹੋ ਰਹੀ ਹੈ। ਦ ਬੁੱਕ ਆਫ ਐਕਟਸ ਚੈਪਟਰ 17 ਵਰਸ 31, ਰੋਮਨਸ ਚੇਲਿਆਂ ਦੇ ਕਰਤੱਵ 17 ਦੀ 31, ਰੋਮਨਸ ਚੈਪਟਰ 3 ਵਰਸ 6, ਹਾਂ ਰੋਮੀਆਂ 3 ਦੀ 6, ਤੇ ਬੁੱਕ ਆਫ ਰੈਵਲੇਸ਼ਨ ਚੈਪਟਰ 20 ਵਰਸ 11 to 15 ਜਿਹਦਾ ਜ਼ਿਕਰ ਹੋ ਰਿਹਾ। ਹਾਂ ਪ੍ਰਕਾਸ਼ ਦੀ ਪੋਥੀ 20 ਦੀ 11 ਤੋਂ 15 ਜਪ ਕਰ ਰਹੇ। ਹਾਂਜੀ ਅੱਛਾ, ਇਹਦੇ ਵਿੱਚ ਹੁਣ ਕਿਹਨਾਂ ਦੀ ਹੋਏਗੀ ਅਸੀਂ ਦੱਸ ਦਿੱਤਾ ਹੈ, ਅਤੇ ਕਿਹਨਾਂ ਦੀ ਨਹੀਂ ਹੋਏਗੀ? ਉਹਨਾਂ ਦੀ ਨਹੀਂ ਹੋਏਗੀ, ਇਹ ਚਿੱਟੇ ਤਖਤ ਦੀ ਗੱਲ ਕਰ ਰਹੇ ਨੇ, ਜਿਨ੍ਹਾਂ ਦੀ 1000 ਸਾਲਾ ਬਾਦਸ਼ਾਹੀ ਸ਼ੁਰੂ ਹੋਣ ਤੋਂ ਪਹਿਲੇ ਖੁਦਾਵੰਦ ਯਿਸੂ ਮਸੀਹ ਤੇ ਜਿਹੜੇ ਸਨ ਉਹ ਸਾਰੇ ਨੇ ਉਹਨਾਂ ਦੀ ਕਰ ਛੱਡੀ ਹੈ। ਉਹ ਆਲਰੇਡੀ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ। ਇਸ ਵੱਡੇ ਥਰੋਨ ਵਿੱਚ ਉਹ ਨਹੀਂ ਆਉਣਗੇ, ਕਿਉਂਕਿ ਉਹਨਾਂ 'ਤੇ ਇਹ ਗੱਲ ਹੋ ਗਈ ਹੈ। ਠੀਕ ਹੈ, ਅਤੇ ਇਹ ਪੱਕਾ ਉਹਨਾਂ 'ਤੇ ਕੀ ਕਹਿੰਦੇ ਨੇ, ਸੁਪਰੀਮ ਕੋਰਟ ਬਲਕਿ ਸਵਰਗੀ ਕੋਰਟ ਦਾ ਫੈਸਲਾ ਹੋ ਚੁੱਕਿਆ ਹੈ। ਹਾਂਜੀ, ਅਤੇ ਉਹਨਾਂ ਦੀ ਅਦਾਲਤ ਜਿਹੜੀ ਚਿੱਟੇ ਤਖਤ 'ਤੇ ਨਹੀਂ ਹੋਏਗੀ। ਕੁਝ ਹਵਾਲੇ ਨੋਟ ਕਰ ਲਓ, ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਗੱਲਾਂ ਬਾਈਬਲ ਹੀ ਦੱਸ ਰਹੀ ਹੈ ਅਤੇ ਅਸੀਂ ਕੋਲੋਂ ਨਹੀਂ ਦੱਸ ਸਕਦੇ। ਇਸ ਲਈ ਹਵਾਲੇ ਜ਼ਰੂਰ ਨੋਟ ਕਰਕੇ ਅਤੇ ਫਿਰ ਪੜ੍ਹਨੇ ਵੀ ਜੇ। ਦੱਸ ਦਿਓ ਇੱਕ ਵਾਰੀ ਤੁਸੀਂ ਵੀ, ਤਾਂ ਹੀ ਇਹਦੀ ਸਮਝ ਆਣੀ। ਹਾਂ ਬਿਲਕੁਲ ਜੀ, ਇਹ ਪੜ੍ਹਾਂਗੇ, ਬਾਰ-ਬਾਰ ਪੜ੍ਹਾਂਗੇ, ਸਮਝਾਂਗੇ। ਇੱਕ ਵਾਰੀ ਪੜ੍ਹ ਕੇ ਸਾਰਾ ਕੁਛ ਨਹੀਂ ਸਮਝ ਲੱਗਦਾ। ਪੜ੍ਹਨ ਸਾਰੇ ਹਵਾਲੇ ਆਪਾਂ ਇੱਥੇ ਨਹੀਂ ਪੜ੍ਹ ਸਕਦੇ, ਸਮਾਂ ਬਹੁਤ ਘੱਟ ਆ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਅੱਧੇ ਘੰਟੇ ਦੇ ਵਿੱਚ 35 ਮਿੰਟ ਦੇ ਵਿੱਚ ਫਿਨਿਸ਼ ਕਰੀਏ। ਹਵਾਲੇ ਬਹੁਤ ਦੱਸ ਦਿੱਤੇ, ਬਾਅਦ ਵਿੱਚ ਪੜ੍ਹਦੇ ਰਹੋਗੇ ਤੁਹਾਨੂੰ ਕਾਫੀ ਟਾਈਮ, ਬਹੁਤ ਤੁਹਾਨੂੰ ਬਰਕਤ ਮਿਲੇਗੀ ਪੜ੍ਹਦੇ ਰਹੋ। ਹਾਲੇਲੂਇਆ। ਸੋ ਮੈਥਿਊ ਚੈਪਟਰ, ਇਹ ਕਾਫੀ ਮੈਥਿਊ 13 ਦੇ ਵਿੱਚ ਕਾਫੀ ਨੇ, ਸੋ ਲੰਮੀ ਲੈਣ ਲਾਣਾ। ਮੈਥਿਊ ਚੈਪਟਰ 13, ਹਾਂ ਮੈਥਿਊ 13 ਵਰਸ 30, 30ਵੀਂ, ਫਿਰ ਅੱਗੇ 39 ਤੋਂ 43, ਹਾਂਜੀ 39 ਤੋਂ 43 ਐਂਡ 50, ਜਾਂ 43 ਤੋਂ 50 ਕਰ ਦਿਓ। ਇਹ ਬਹੁਤ ਓਕੇ, ਹਾਂਜੀ 43 39 ਤੋਂ 45 ਕਰ ਦਿਓ। ਹਾਂਜੀ, ਮੱਤੀ ਦੀ ਅੰਜੀਲ 13 ਦੀ 30, ਅਤੇ ਫਿਰ 39 ਤੋਂ 45। ਠੀਕ ਹੈ ਜੀ, 39 to 45। ਅੱਛਾ ਚਲੋ ਠੀਕ ਹੈ। 49 ਐਂਡ 50 ਉਹ ਜ਼ਰਾ ਫਿਰ ਉਹ ਕਲੀਅਰ ਹੋ ਜਾਏ। ਫਿਰ ਅੱਗੇ ਮੈਥਿਊ ਚੈਪਟਰ 24 ਵਰਸ 51, ਹਾਂ ਮੱਤੀ 24 ਦੀ 51। ਫਿਰ ਮੈਥਿਊ ਚੈਪਟਰ 25 ਵਰਸਿਸ 30, ਹਾਂ 25 ਮੱਤੀ ਦੀ ਇੰਜੀਲ 25 ਦਾ 30, 41 41 ਐਂਡ 46 ਅਤੇ 46। ਫਿਰ ਦ ਬੁੱਕ ਆਫ ਰੈਵਲੇਸ਼ਨ
ਚੈਪਟਰ 14 ਪ੍ਰਕਾਸ਼ ਦੀ ਪੋਥੀ 14 9 to 11 19 ਤੋਂ 11 ਨਹੀਂ 9 ਤੋਂ 11 9 to 11 so Revelation chapter 19 verse 20 to and 21 ਪਹਿਲੇ 14 ਸੀ ਨਾ ਯਾ ਹਾਂਜੀ so the book of Revelation chapter 19 verse 20 ਤੇ 21 ਹਾਂ ਪ੍ਰਕਾਸ਼ ਦੀ ਪੋਥੀ 19 ਦਾ 20 ਤੋਂ 21 so the book of Revelation chapter 20 verse 10 ਤੇ ਪ੍ਰਕਾਸ਼ ਦੀ ਪੋਥੀ 20 ਦਾ 10 ਯਾ ਸੋ ਇਹਦੇ ਮੁਤਾਬਿਕ ਇਹਨਾਂ ਨੂੰ ਪਹਿਲੇ ਹੀ ਸਜ਼ਾ ਹੋ ਚੁੱਕੀ ਹੈ ਇਸ ਲਈ ਇਹਨਾਂ ਨੂੰ ਦੁਬਾਰਾ ਚਿੱਟੇ ਤਖਤ ਦੀ ਨਿਆਂ ਦੇ ਵਿੱਚ ਆਉਣ ਦਾ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਮੁਰਦਿਆਂ ਦੀ ਅਦਾਲਤ ਹੈ ਉਹ ਜ਼ਿੰਦਾ ਕੌਮਾਂ ਦੀ ਸੀ ਜਿਹੜੀ ਯਿਸੂ ਨੇ 1000 ਸਾਲਾ ਬਾਦਸ਼ਾਹੀ ਸ਼ੁਰੂ ਕਰਨ ਤੋਂ ਪਹਿਲੇ ਕੀਤੀ ਇਹ ਉਹ ਨੇ ਜਿਹੜੇ ਮਰ ਗਏ ਤੇ ਨਰਕਾਂ 'ਚ ਨੇ ਹੈ ਨਾ ਉਹਨਾਂ ਦੀ ਚਿੱਟੇ ਤਖਤ ਦੀ ਯਾਨੀ ਨਿਆਂ ਹੋ ਰਿਹਾ ਇਹ ਨੰਬਰ 1 ਪੁਆਇੰਟ ਸੀ ਇਹਦੇ ਵਿੱਚ ਇਹ ਕਿਹੜੇ ਸੀ ਇਹ ਅਸੀਂ ਦੇਖ ਰਹੇ ਸਾਂ ਕਿ ਕਿਹਨਾਂ ਦੀ ਅਦਾਲਤ ਹੋਏਗੀ ਨੰਬਰ 2 ਉਹ ਫਰਿਸ਼ਤੇ ਜਿਨ੍ਹਾਂ ਨੇ ਗੁਨਾਹ ਕੀਤਾ ਹੈ ਜਿਹੜਾ ਕਿ ਜੈਨਸਿਸ ਚੈਪਟਰ 6 ਦੇ ਵਿੱਚ ਜਿਨ੍ਹਾਂ ਨੇ ਬੜੀ ਡਿਟੇਲ ਸਟੱਡੀ ਕੀਤੀ ਹੈ ਜਿਨ੍ਹਾਂ ਨੇ ਇਨਸਾਨ ਦਾ DNA ਖਰਾਬ ਕਰਨ ਦੀ ਇਹ ਡੈਵਲ ਨੇ ਬੇਸਿਕਲੀ ਪਲੈਨਿੰਗ ਉਹਦੀ ਸੀ ਕਿ ਕਰਨ ਦੀ ਕੀਤੀ ਹੈ ਔਰ ਉਹ ਵੀ ਇੱਕ ਆਲਮੇ ਅਰਵਾ ਦੇ ਵਿੱਚ ਇੱਕ ਡਿਪਾਰਟਮੈਂਟ ਹੈ ਜਿਹਨੂੰ ਹਨੇਰੇ ਦੀ ਕੈਦਖਾਨਾ ਕਹਿੰਦੇ ਨੇ ਦਾਇਮੀ ਕੈਦ ਯਾਨੀ ਇੱਕ ਇਹੋ ਜਿਹੀ ਜਿੱਥੋਂ ਨਿਕਲ ਨਹੀਂ ਸਕਦੇ ਉਹਨਾਂ ਨੂੰ ਵੀ ਉੱਥੋਂ ਕੱਢਿਆ ਜਾਏਗਾ ਤੇ ਉਹਨਾਂ ਦੀ ਵੀ ਅਦਾਲਤ ਹੋਏਗੀ 2 ਪੀਟਰ ਚੈਪਟਰ 2 ਵਰਸ 4 ਦੂਸਰਾ ਪਤਰਸ ਦੂਜਾ ਪਤਰਸ 2:4 ਤੇ ਫਿਰ ਜੂਡ ਯਾਨੀ ਯਹੂਦਾ ਦਾ ਇੱਕ ਹੀ ਖੱਤ ਹੈ ਪ੍ਰਕਾਸ਼ ਦੀ ਪੋਥੀ ਤੋਂ ਪਹਿਲੇ ਹੈ ਨਾ ਰੈਵਲੇਸ਼ਨ 6ਵੀਂ ਤੇ 7ਵੀਂ ਸੌਰੀ ਜੂਡ ਚੈਪਟਰ 1 ਹੀ ਹੈ 6 ਤੇ 7 ਇਹਨਾਂ ਦੀ ਆਲਰੇਡੀ ਜਜਮੈਂਟ ਹੋ ਚੁੱਕੀ ਹੈ ਉੱਥੇ ਬੰਨ੍ਹਣੀ ਪੈਣੀ ਹਾਂਜੀ ਹਾਂ ਤੁਸੀਂ ਇਹ ਕਹਿਣਾ ਚਾਹੁੰਦੇ ਨਾ ਜੀ ਇਹ ਆਲਰੇਡੀ ਇਹਨਾਂ ਨੂੰ ਉੱਥੇ ਸਿਰਫ ਦੇਖੋ ਇਹ ਜਿਹੜਾ ਹੈ ਨਾ ਇੱਕ ਗੱਲ ਯਾਦ ਰੱਖੀਏ ਕਿ ਜਿਹੜੀ ਹੇਡੀਜ਼ ਤੇ ਹੈਲ ਵਿੱਚ ਇਹ ਫਰਕ ਹੈ ਹਾਂ ਹੇਡੀਜ਼ ਜਿਹੜੀ ਹੈ ਉਹ ਟੈਂਪਰੇਰੀ ਹੋਲਡਿੰਗ ਟੈਂਕ ਹੈਗਾ ਜਿੱਥੇ ਇਹ ਲੋਕ ਜਾਂ ਇਹ ਆਪਣੀ ਫਾਈਨਲ ਜਜਮੈਂਟ ਜਾਂ ਫਾਈਨਲ ਸਜ਼ਾ ਦਾ ਇੰਤਜ਼ਾਰ ਕਰ ਰਹੇ ਨੇ ਠੀਕ ਹੈ ਹੈਲ ਜਿਹੜਾ ਹੈ ਉਹ ਬੇਸਿਕਲੀ ਅੱਗ ਦੀ ਝੀਲ ਤੇ ਦੂਸਰੀ ਮੌਤ ਨੂੰ ਵੀ ਕਿਹਾ ਜਾਂਦਾ ਹੈ ਠੀਕ ਹੈ ਇਹ ਥੋੜਾ ਜਿਹਾ ਨਿਖੇੜਾ ਕਰ ਰਹੇ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਫਿਰ ਬਿਆਨ ਕਰ ਦਿਓ ਪਲੀਜ਼ ਹਾਂਜੀ ਇਹ ਜਿਹੜੀ ਹੇਡੀ ਜਿਹੜੀ ਹੈਗੀ ਆ ਨਰਕ ਉਹ ਨਰਕ ਹੈਗਾ ਹਾਂਜੀ ਆਪਣੇ ਉੱਥੇ ਇਹ ਜਿਹੜੇ ਫਰਿਸ਼ਤੇ ਆਲਰੇਡੀ ਡੱਕੇ ਪਏ ਆ ਹਾਂਜੀ ਤੇ ਹੁਣ ਜਦੋਂ ਸਾਰਾ ਕੁਝ ਖਤਮ ਹੋ ਜਾਣਾ ਸਵਰਗ ਤੇ ਧਰਤੀ ਸਾਰਾ ਫਿਰ ਨਵਾਂ ਸਵਰਗ ਸਾਰਾ ਕੁਝ ਨਵਾਂ ਫਿਰ ਇੱਕ ਨਵਾਂ ਹੁਣ ਹੈਲ ਹੋਏਗਾ ਜਿੱਥੇ ਪਰਮਾਨੈਂਟ ਉਹ ਅੱਗ ਦੀ ਚੀਜ਼ ਜਾਂ ਦੂਜੀ ਮੌਤ ਹੋਏਗੀ ਉੱਥੇ ਉਹਨਾਂ ਫਿਰ ਇਹਨਾਂ ਨੂੰ ਇੱਥੋਂ ਜਿਹੜੇ ਫਰਿਸ਼ਤੇ ਦੂਜਾ ਪਤਰਸ 2:4 ਜੂਦ 6:7 ਇਹਨਾਂ ਨੂੰ ਇੱਥੋਂ ਸ਼ਿਫਟ ਕਰਕੇ ਇਹ ਪਰਮਾਨੈਂਟ ਜਿਹੜੀ ਹੈਲ ਆ ਉਹਦੇ ਵਿੱਚ ਤੇ ਉਹ ਵੀ ਜਿਹੜੇ ਮੁਰਦੇ ਨੇ ਉਹ ਵੀ ਇਹ ਜਿਹੜੀ ਹੁਣ ਅਸੀਂ ਕਹਿੰਦੇ ਨਰਕਾਂ 'ਚ ਨੇ ਇਹ ਟੈਂਪਰੇਰੀ ਹੋਲਡਿੰਗ ਟੈਂਕ ਹੈ ਇੱਥੇ ਵੇਟ ਕਰ ਰਹੇ ਨੇ ਅਸਲ ਵਿੱਚ ਇਹਨਾਂ ਦੀ ਪਰਮਨੈਂਟ ਜਗ੍ਹਾ ਜਿਹੜੀ ਅੱਗ ਦੀ ਚੀਜ਼ ਲੇਕ ਆਫ ਫਾਇਰ ਵਿੱਚ ਹੋਏਗੀ ਠੀਕ ਹੈ ਜੀ ਅੱਛਾ ਫਿਰ ਇਹਦੇ ਵਿੱਚ ਤੀਸਰਾ ਪੁਆਇੰਟ ਇਹ ਵੇ ਕਿ ਇਹ ਨਿਆਂ ਦਾ ਵਕਤ ਕਿਹੜਾ ਹੋਣਾ ਟਾਈਮ ਆਫ ਜਜਮੈਂਟ ਦਾ ਹਾਂਜੀ ਕੀ ਹੋਣਾ ਇਹ ਅਦਾਲਤ 1000 ਸਾਲਾਂ ਤੋਂ ਬਾਅਦ ਹੋਏਗੀ ਜਦੋਂ ਜਿਹਦੇ ਵਿੱਚ ਸ਼ੈਤਾਨ ਤੇ ਉਹਦੀ ਟੀਮ ਜਿਹੜੀ ਉਹਨੂੰ ਅੱਗ ਦੀ ਝੀਲ ਵਿੱਚ ਸੁੱਟਿਆ ਜਾਏਗਾ ਇਹ ਉਦੋਂ ਦਾ ਵਾਕਿਆ ਹੈ 1000 ਸਾਲਾਂ ਤੋਂ ਬਾਅਦ ਹੀ ਹੋਣੀ ਹੈ ਰੈਵਲੇਸ਼ਨ ਚੈਪਟਰ 20 ਵਰਸ 7 to 15 ਪ੍ਰਕਾਸ਼ ਦੀ ਪੋਥੀ 7 ਦਾ 20 ਦਾ 7 ਤੋਂ 7 ਤੋਂ 15 ਹਾਂਜੀ ਸੋ ਇਹ ਜਿਹੜਾ ਨਾ ਦ ਡੇ ਆਫ ਜਜਮੈਂਟ ਵੀ ਨੂੰ ਬੰਦਾ ਕਹਿ ਸਕਦਾ ਹੈ ਇਹ ਅਦਾਲਤ ਦਾ ਦਿਨ ਕਹਿੰਦੇ ਨੇ ਇਹਦੇ ਲਈ ਯੂਜ਼ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਕਿ ਇਹ ਦਿਨ ਜਿਹੜਾ ਨਾ ਇਹ ਮੁਕਰਰ ਹੋਵੇ ਜਾਂ ਉਹਨੂੰ ਕੀ ਕਹਿ ਲਓ
ਮਿਥਿਆ ਜਾਏ। ਹੂੰ ਹਾਂਜੀ ਇਹ ਦਿਨ ਮਿਥਿਆ ਜਾਏ। ਕਿੱਥੇ ਲਿਖਿਆ ਹੈ? ਮੈਥਿਊ ਚੈਪਟਰ 10 ਵਰਸ 15। ਅੱਜ ਕੋਈ ਨਹੀਂ ਅਸੀਂ ਵਰਸ ਪੜ੍ਹੀਆਂ ਹੈ ਨਾ, ਕਿਉਂਕਿ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿਆਦਾ ਹੈ। ਮੈਥਿਊ ਚੈਪਟਰ 10 ਵਰਸ 15, ਹਾਂਜੀ ਮਤੀ 10 ਦੀ 15, ਮੈਥਿਊ ਚੈਪਟਰ 11 ਵਰਸ 24, ਮਤੀ 11 ਦੀ 24, ਤੇ ਦ ਬੁੱਕ ਆਫ ਐਕਟਸ ਚੈਪਟਰ 17 ਵਰਸ 31, ਤੇ ਚੱਲਣ ਦੇ ਕਰਦਾ 17 ਦੀ 31, 2 ਪੀਟਰ ਚੈਪਟਰ 2 ਵਰਸ 4, ਦੂਜਾ ਪਤਰਸ 2 ਦੀ 4, ਤੇ ਜੂਡ 6 ਤੇ 7 ਆਇਤ। ਹਾਂ ਠੀਕ ਹੈ, ਹਾਂਜੀ ਇਹਦਾ ਟਾਈਮ ਕੀ ਹੋਏਗਾ? ਹਾਂ ਠੀਕ ਹੈ, ਇਹਦੇ ਵਿੱਚ ਸਾਨੂੰ ਫਿਰ ਅੱਗੇ ਇੱਕ ਹੋਰ ਪੁਆਇੰਟ ਇਹਦੇ ਵਿੱਚ ਲਿਖ ਲਓ ਕਿ ਇਹ ਨਿਆਂ ਕਿੱਥੇ ਹੋਏਗਾ, ਯਾਨੀ ਇਹਨੂੰ ਕਹਿ ਲਓ ਪਲੇਸ ਆਫ ਜਜਮੈਂਟ, ਕਿ ਉਸ ਜਗ੍ਹਾ ਕਿਹੜੀ ਤੇ ਹੋਏਗਾ। ਇਹ ਸਿੱਧੀ ਗੱਲ ਹੈ ਕਿ ਪਰਮੇਸ਼ਵਰ ਦੇ ਵੱਡੇ ਤਖਤ ਦੇ ਸਾਹਮਣੇ ਹੋਏਗਾ, ਯਾਨੀ ਜਿੱਥੇ ਉਹਦਾ ਤਖਤ ਉਦੋਂ ਹੋਏਗਾ, ਕਿਉਂਕਿ ਖੁਦਾ ਪਰਮੇਸ਼ਵਰ ਗੋਡ ਦਾ ਤਖਤ ਜਿਹੜਾ ਨਾ ਮੂਵੇਬਲ ਹੈ। ਚਾਰ ਜਿਹੜੇ ਨੇ ਨਾ ਉਹ ਕੀ ਕਹਿੰਦੇ ਨੇ ਹੈਵਾਨ, ਉਹ ਉਹਨਾਂ ਨੂੰ ਮੂਵ ਕਰਦੇ ਨੇ, ਮੂਵ ਕਰਦੇ ਨੇ। ਸੋ ਜਿੱਥੇ ਵੀ ਖੁਦਾ ਦਾ ਤਖਤ ਹੋਏਗਾ ਉਹਦੇ ਸਾਹਮਣੇ ਹੋਏਗੀ, ਕਿੱਥੇ ਹੋਏਗੀ? ਸਵਰਗਾਂ ਤੇ। ਔਰ ਜਦੋਂ ਤੱਕ ਜ਼ਮੀਨ ਜਿਹੜੀ ਹੈ ਇਹ ਰੈਨੋਵੇਟ ਨਾ ਹੋ ਜਾਏ, ਯਾਨੀ ਰੈਨੋਵੇਸ਼ਨ ਕਹਿੰਦੇ ਨੇ ਨਾ, ਇੱਕ ਪੁਰਾਣੀ ਚੀਜ਼ ਨੂੰ ਢਾਹ ਧੂ ਕੇ ਨਵਾਂ ਬਣਾ ਦੇਣਾ, ਮੁਰੰਮਤ ਕਰਨਾ, ਹਾਂ ਰੈਨੋਵੇਟ ਕਰ ਦੇਣਾ ਉਹਨੂੰ। ਨਹੀਂ ਆ ਰੈਨੋਵੇਸ਼ਨ ਤਾਂ ਹੋ ਗਈ ਜਿਹੜਾ ਹੈ ਨਾ, ਫਲੱਡ ਆਇਆ ਸੀਗਾ ਆਪਣੇ ਉਤਪਤੀ, ਹੁਣ ਤਾਂ ਹੈਗਾ ਨਾ ਸਾਰਾ ਕੁਝ ਖਤਮ, ਨਵਾਂ ਸਵਰਗ ਨਵੀਂ ਧਰਤੀ ਬਣਨਾ। ਹਾਂਜੀ ਇਹ ਅਦਾਲਤ ਉਹ ਅੱਗੇ ਆਣਾ, ਅੱਗੇ ਆਉਣਾ, ਹਾਂਜੀ ਇਹ ਉਦੋਂ ਹੋਏਗਾ ਕਿ ਇਹ ਅੱਗ ਦੇ ਨਾਲ ਇਹਨੂੰ ਪਿਓਰ ਕੀਤਾ ਜਾਏਗਾ। ਠੀਕ ਹੈ, ਇਹ ਜ਼ਮੀਨ ਇਹ ਪਰਮੇਸ਼ਵਰ ਦਾ ਥਰੋਨ ਜ਼ਮੀਨ ਤੇ ਉਨੀ ਦੇਰ ਤੱਕ ਨਹੀਂ ਉਤਰੇਗਾ ਜਿੰਨੀ ਦੇਰ ਤੱਕ ਨਈ ਜ਼ਮੀਨ ਤੇ ਨया ਆਸਮਾਨ ਜਿਹੜਾ ਹੈ ਉਹ ਮੁਕੰਮਲ ਨਾ ਹੋ ਜਾਏ। ਠੀਕ ਹੈ, ਹਾਂ ਬੜੀ ਅੱਛੀ ਗੱਲ ਕਰ ਰਹੇ ਹੋ। ਚਲੋ ਇਹਦਾ ਰੈਫਰੈਂਸ ਤੁਸੀਂ ਬੜਾ ਅੱਛਾ ਕੀਤਾ, ਰੈਵਲੇਸ਼ਨ ਚੈਪਟਰ 21 ਵਰਸ 1 to 5 ਦੇ ਵਿੱਚ ਇਹ ਉਨੀ ਦੇਰ ਨਹੀਂ ਉਤਰੇਗਾ। ਹਾਂ ਉਹਦੇ 'ਚ ਹੈਗਾ ਨਵਾਂ ਆਕਾਸ਼ ਨਵੀਂ ਧਰਤੀ, ਇਹ ਸਾਰੇ ਜਜਮੈਂਟ ਵਗੈਰਾ ਸਾਰੀ ਹੋ ਕੇ ਸਾਰੇ ਚੀਜ਼ਾਂ ਨੂੰ ਨਰਕ ਪਾ ਕੇ ਟਿਕਾਣੇ ਲਗਾ ਕੇ ਫਿਰ ਨਵੇਂ। ਫਿਰ 2 ਪੀਟਰ ਚੈਪਟਰ 3 ਵਰਸ 10, ਹਾਂ ਤੇ ਕੀ ਦੱਸਿਆ? ਪ੍ਰਕਾਸ਼ ਦੀ ਪੋਥੀ 21 ਦਾ 1 ਤੋਂ 5, ਦੂਜਾ ਪਤਰਸ 3 ਦੀ 10, ਤੇ ਰੈਵਲੇਸ਼ਨ ਚੈਪਟਰ 20 ਵਰਸ 11, 20 ਵਰਸ 11, ਪ੍ਰਕਾਸ਼ ਦੀ ਪੋਥੀ 20 ਦਾ 11 ਜੀ। ਹਾਂਜੀ ਸੋ ਇਹ ਇੱਕ ਕਿ ਇਹ ਪਰਮੇਸ਼ਵਰ ਦੇ ਥਰੋਨ ਦੇ ਸਾਹਮਣੇ ਹੋਣਾ ਹੈ। ਇਸ ਅਦਾਲਤ ਦਾ ਮਕਸਦ ਫਿਰ ਅਸੀਂ ਦੇਖ ਰਹੇ ਹਾਂ ਕੀ ਹੈ। ਨੰਬਰ 1, ਹਰ ਇਨਸਾਨ ਜਿਹੜਾ ਹੈਗਾ ਇਨਸਾਨ ਜਿਹੜੇ ਅਵਿਸ਼ਵਾਸੀ ਨੇ ਉਹਨਾਂ ਨੂੰ ਮੁਜਰਮ ਠਹਿਰਾਉਣਾ ਤੇ ਉਹਨਾਂ ਨੂੰ ਸਜ਼ਾ ਤੋਂ ਪਹਿਲੇ ਉਹਨਾਂ ਦਾ ਟਰਾਇਲਸ ਕਰਨਾ। ਮਤਲਬ ਹੈ ਉਹਨਾਂ ਨੂੰ ਮੁਜਰਮ, ਦੇਖੋ ਨਾ ਟਰਾਇਲ ਹੋਏਗਾ, ਅਦਾਲਤ ਲੱਗੇਗੀ ਤੇ ਫਿਰ ਹੀ ਉਹ ਕੰਮ ਪੂਰਾ ਹੋਏਗਾ। ਸੋ ਉਹਨਾਂ ਨੂੰ ਅਦਾਲਤ ਦੇ ਵਿੱਚ ਮੁਜਰਮ ਠਹਿਰਾ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਅਬਦੀ ਟਿਕਾਣਾ ਜਾਂ ਉਹਨੂੰ ਕੀ ਕਹਿ ਲਓ ਪਰਮਨੈਂਟ ਉਹਦੇ ਤੇ ਉਹਨਾਂ ਨੂੰ ਪਹੁੰਚਾ ਦਿੱਤਾ ਜਾਏਗਾ। ਜਿਸ ਤਰ੍ਹਾਂ ਟਰਾਇਲ ਹੁੰਦਾ ਹੈ ਤੇ ਸਜ਼ਾ ਹੋ ਗਈ ਤੇ ਫਿਰ ਉਹ ਜੇਲ੍ਹ ਚਲੇ ਜਾਂਦੇ ਨੇ ਜਾਂ ਉਮਰ ਕੈਦ ਹੋ ਜਾਂਦੀ ਹੈ ਇਹ ਨਾ। ਹਾਂਜੀ ਨੰਬਰ 2, ਹਾਂਜੀ ਇੱਕ ਮਨ ਦੇ ਵਿੱਚ ਹੈਗਾ ਜੀ, ਸੋਚਣ ਵਾਲੇ ਇਸ ਤਰ੍ਹਾਂ ਸੋਚ ਸਕਦੇ ਹੈ ਵੀ ਸੌਰੀ ਮੈਂ ਤੁਹਾਨੂੰ ਨਾ ਬਹੁਤ ਅੱਛਾ ਤੇ ਇਹ ਹੁਣ ਸਜ਼ਾਵਾਂ ਦੀ ਗੱਲ ਹੋ ਰਹੀ ਆ। ਹਾਂਜੀ, ਤੇ ਜਿਹੜੇ ਨਹੀਂ ਬਚਾਏ ਗਏ ਯਿਸੂ ਵਿੱਚ ਉਹਨਾਂ ਨੂੰ ਵੀ ਸਜ਼ਾ ਮਿਲਣੀ ਆ, ਅੱਗ ਦੀ ਝੀਲ, ਸਾਰਾ ਕੁਛ ਸ਼ੈਤਾਨ ਉਹ ਸਾਰੇ ਡਿੱਗੇ ਫਿਸ਼ਤੇ ਅੱਗ ਦੀ ਝੀਲ ਵਿੱਚ ਉੱਥੇ। ਤੇ ਜੇ ਕੋਈ ਇਹ ਵੀ ਕਲੀਅਰ ਕਰਕੇ ਦੱਸ ਦੇਣਾ ਚਾਹੀਦਾ ਵੀ ਇਹ ਤਾਂ ਸਾਰੀਆਂ ਸਰੀਰ ਤਾਂ ਸਾਰਾ ਇੱਥੇ ਪਹਿਲੇ ਖਤਮ ਹੋ ਜਾਣਾ, ਉਹ ਤਾਂ ਰੂਹਾਂ ਹੋਣੀਆਂ ਹੈ ਨਾ, ਤੇ ਬੋਡੀ ਤਾਂ ਇੱਥੇ ਖਤਮ ਹੋ ਜਾਣੀ ਆ ਜੀ, ਸੋਲ ਤੇ ਸਪਿਰਿਟ ਹੋਣੀ ਆ ਜੀ। ਤੇ ਸੋਲ ਦੀ ਸਪਿਰਿਟ ਨੂੰ ਅੱਗ ਦੀ ਝੀਲ ਦੇ ਵਿੱਚ
ਤੇ ਉਹਨਾਂ ਦੇ ਵਿੱਚ ਕੀ ਇਮੋਸ਼ਨਸ ਵੀ ਹੁੰਦੀਆਂ, ਤੇ ਜਿਹੜੀ ਦੂਸਰੀ ਗੱਲ ਹੈਗੀ ਆ ਭਾਵਨਾਵਾਂ, ਇਮੋਸ਼ਨਸ, ਫੀਲਿੰਗਸ ਹੋਊਗੀਆਂ ਉਸ ਟਾਈਮ ਕਿ ਉਹਨਾਂ ਦੇ ਵਿੱਚ ਜਦੋਂ ਇਨਸਾਨ ਜਾਂ ਫਰਿਸ਼ਤੇ ਜਿਹੜੀਆਂ ਰੂਹਾਂ ਹੋਣੀਆਂ, ਸਪਿਰਿਟ ਬੀਇੰਗਸ ਆ, ਤੇ ਉਹਨਾਂ ਨੂੰ ਕੀ ਅੱਗ ਤੋਂ ਵਿਛੜ ਸਕਦਾ, ਉਹਨੂੰ ਅੱਗ ਦੀ ਕੁਛ, ਉਹਨਾਂ ਨੂੰ ਕਿਹੜਾ ਸਪਿਰਿਟ ਨੂੰ ਤਾਂ ਅੱਗ ਦਾ ਕੁਛ ਨਹੀਂ, ਸੇਕ ਤਾਂ ਇਨਸਾਨ ਬੋਡੀ ਨੂੰ ਲੱਗਦਾ ਹੈ ਨਾ, ਤੇ ਉਹਨਾਂ ਦੀ ਕੋਈ ਬੋਡੀ ਹੋਏਗੀ, ਕੀ ਹੋਏਗਾ? ਹਾਲੇਲੂਇਆ। ਦੇਖੋ ਜੀ, ਥੋੜਾ ਟੌਪਿਕ ਕੀ ਬਾਤ ਹੈ। ਹਾਂਜੀ, ਕਿਉਂਕਿ ਫਿਲਿੱਪੀਓਂ 3 ਦੀ 20 ਦੇ 21 ਦੇ ਮੁਤਾਬਿਕ ਹਾਂਜੀ ਅਸੀਂ ਇਹ ਵੇਖਦੇ ਹਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਵਿਸ਼ਵਾਸੀਆਂ ਦੀ ਆਤਮਾ ਤੇ ਪ੍ਰਾਣ ਉੱਤੇ ਹੀ ਹੈ, ਹਾਂਜੀ, ਸਰੀਰ ਦੇ ਥੱਲੇ ਗਲ ਛੱਡ ਗਏ। ਸੋ ਅਸੀਂ ਦੇਖਦੇ ਹਾਂ ਜਦੋਂ ਪ੍ਰਭੂ ਯਿਸੂ ਮਸੀਹ ਬਦਲਾਂ ਤੇ ਆਏਗਾ, ਉਹਨਾਂ ਦੀ ਆਤਮਾ ਪ੍ਰਾਣ ਲੈ ਕੇ ਆਏਗਾ, ਤੇ ਉਹਨਾਂ ਦੇ ਸਰੀਰ ਜਿੱਥੇ ਨੇ ਉਹ ਜੁੜਨਗੇ ਤੇ ਉਹ ਗਲੋਰੀਫਾਈਡ ਬਾਡੀ 'ਚ ਕਨਵਰਟ ਹੋ ਜਾਣਗੇ। ਹਾਂ, ਸੋ ਕੋਈ ਬੋਡੀ ਹੋਏਗੀ। ਜਿਸ ਤਰੀਕੇ ਨਾਲ ਧਰਮੀਆਂ ਨੂੰ ਇੱਕ ਜਲਾਲੀ ਬਦਨ ਮਿਲੇਗਾ, ਇੱਦਾਂ ਹੀ ਪਾਪੀਆਂ ਨੂੰ, ਬਿਲਕੁਲ ਬਹੁਤ ਅੱਛਾ ਸਵਾਲ ਹੈ, ਇੱਕ ਇਹੋ ਜਿਹਾ ਸਰੀਰ ਮਿਲੇਗਾ। ਇਹ ਤੇ ਜਿਹੜਾ ਹੈ ਨਾ, ਇਹਨੂੰ ਅੱਗ 'ਚ ਬਾਲੋ ਤੇ ਸੜ ਜਾਂਦਾ ਹੈ, ਉਹ ਐਸਾ ਮਟੀਰੀਅਲ ਦਾ ਹੋਏਗਾ ਜਿਹੜਾ, ਕਿਉਂਕਿ ਇਹ ਜਿਸਮ ਦੁਖੀ ਰਹਿੰਦਾ ਹੈ, ਇਹ ਦੁੱਖ ਇਹੋ ਜਿਹਾ ਮਿਲੇਗਾ ਸਰੀਰ ਜਿਹਦਾ ਕੀੜਾ ਵੀ ਨਹੀਂ ਮਰੇਗਾ, ਉਹਨੂੰ ਅੱਗ ਵੀ ਨਹੀਂ ਖਾਏਗੀ। ਕਿੱਥੇ ਲਿਖਿਆ ਜੀ? ਤਕਲੀਫ ਹੋਏਗੀ ਪਰ ਅੱਗ ਵਿੱਚ ਜਲੂਗਾ ਨਹੀਂ, ਸੋ ਸੇਕ ਲੱਗੂਗਾ, ਜਲੂਗਾ। ਸੋ ਪਹਿਲੇ ਇਹ ਵੇ ਕਿ ਤੁਹਾਡਾ ਸਵਾਲ ਕਿ ਇਹ ਪ੍ਰਾਣ ਤੇ ਜਿਹੜੇ ਆਤਮਾ ਹਾਂਜੀ ਹੈ ਜੀ, ਹਾਂ, ਉਹ ਉਹਦੇ ਹਵਾਲੇ ਲਿਖ ਲਓ, ਇਹ ਵੀ ਹੋਣਗੇ। ਠੀਕ ਹੈ, ਮਤੀ 10 ਦੀ 28 ਨਾਲ ਪੜ੍ਹ ਦਿਓ। ਹੁਣ ਸਵਾਲ ਕੀਤਾ ਹੈ ਨਾ, ਕੋਈ ਗੱਲ ਨਹੀਂ, ਅਸੀਂ ਐਸਾ ਚੱਲਾਂਗੇ। ਕਿੰਨੇ ਦੀ? ਅੱਛਾ, ਮੈਥਿਊ ਚੈਪਟਰ 10 ਵਰਸ 28 ਤੇ ਲੂਕ ਚੈਪਟਰ 12 ਵਰਸ 5। 12 ਵਰਸ 5। ਹਾਂਜੀ, ਹਾਲੇਲੂਇਆ। ਸੋ ਇਹ ਇੱਕ ਸਾਡੇ ਗੱਲ ਇਹ ਹੈ ਕਿ ਬਦਨ, ਸਰੀਰ ਤੇ ਆਤਮਾ ਦੋਏ ਜਹੰਨਮ ਵਿੱਚ ਜਾਣਗੀਆਂ, ਪਹਿਲੇ ਤੇ ਉੱਥੇ ਹੋਣਗੀਆਂ। ਹਾਂ, ਜਿੰਜ ਵਿਸ਼ਵਾਸੀ ਦੀਆਂ ਉੱਤੇ। ਹਾਂ, ਇਹ ਕਿਉਂਕਿ ਨਹੀਂ, ਬਹੁਤ ਅੱਛਾ, ਬਹੁਤ ਅੱਛਾ। ਹਾਂਜੀ, ਕਿਉਂਕਿ ਇਹ ਗੱਲਾਂ ਕਈ ਵਾਰੀ ਲੋਕੀ ਵੀ ਕਹਿੰਦੇ ਆ ਕਿਹੜਾ ਸਵਰਗ, ਕਿਹੜਾ ਨਰਕ, ਇੱਥੇ ਹੀ ਆ ਸਾਰਾ ਕੁਝ, ਮਰਨ ਤੇ ਕੀ ਆ, ਬੰਦਾ ਮਰ ਗਿਆ, ਖਤਮ ਹੋ ਗਿਆ, ਕੋਈ ਬਹੁਤ ਚੀਜ਼ਾਂ ਹੈਗੀਆਂ ਬਾਈਬਲ। ਹਾਂ, ਪਰ ਬੜੇ ਬੜੇ ਲੋਕਾਂ ਦੀਆਂ ਇਹੋ ਜਿਹੀਆਂ ਸੋਚਾਂ ਹੈਗੀਆਂ। ਨਹੀਂ, ਬੜਾ ਅੱਛਾ, ਬਹੁਤ ਅੱਛਾ। ਤੇ ਇਹ ਚੀਜ਼ਾਂ ਦਾ ਸਮਝਣਾ, ਸਜ਼ਾ ਸਾਹਿਬ ਗੱਲ ਕਰ ਰਹੇ ਵੀ ਹੋਣਾ ਕੀ ਆ, ਕਿ ਇਹਨੂੰ ਹੋਣਾ ਸਾਰਾ ਕੁਝ ਦੇਖ ਲਈਏ, ਹੈ ਨਾ। ਹਾਂਜੀ ਬਜ਼ੁਰਗੋ, ਕੀ ਹਾਲ ਹੈ? ਪ੍ਰਭੂ ਯਿਸੂ ਮਸੀਹ ਜਦੋਂ ਮੁਰਦਿਆਂ 'ਚੋਂ ਜ਼ਿੰਦਾ ਹੋ ਗਏ, ਹਾਂ, ਤੇ ਉਹ 11 ਚੇਲੇ ਉੱਥੇ ਸਨ। ਕਿੱਥੇ ਵਾਲਾ? ਉਹ ਡਰਦੇ ਮਾਰੇ ਯਹੂਦੀਆਂ ਦੇ ਤੇ ਬਈ ਛੁਪੇ ਸਨ। ਉੱਥੇ ਯਿਸੂ ਨੇ ਵੇਖਿਆ, ਇੱਕ ਸ਼ਾਗਿਰਦ ਨਹੀਂ ਸੀ, ਤੂਮਾ। ਉਹ ਜਦੋਂ ਬਾਕੀਆਂ ਨੇ 11 ਨੇ ਕਿਹਾ, ਉਹ ਯਾਰ ਅਸੀਂ ਯਿਸੂ ਨੂੰ ਵੇਖਿਆ, ਉਹ ਕਹਿਣ ਲੱਗਾ ਐਵੇਂ ਵੀ ਮਾਰ ਦਿਓ, ਮੈਂ ਕੋਈ ਨਹੀਂ ਯਕੀਨ ਕਰਨਾ। ਉਹ ਫਿਰ ਯਿਸੂ ਪ੍ਰਗਟ ਹੋ ਗਿਆ ਤੇ ਕਿਹਦੇ ਅੱਗੇ? ਤੂਮਾ ਅੱਗੇ, ਜਿਹਨੇ ਸ਼ੱਕ ਕੀਤਾ। ਤੇ ਯਿਸੂ ਆਣ ਕੇ ਕਹਿੰਦਾ, ਆ ਲੈ ਯਾਰਾ, ਇਹ ਮੇਰੇ ਹੱਥਾਂ ਦੇ ਵਿੱਚ, ਉਹ ਕਹਿੰਦੇ ਇੱਥੇ ਨਹੀਂ ਸਨ ਲੱਗੇ, ਇੱਥੇ ਲੱਗੇ ਸਨ ਤਾਂ ਕਿ ਉਹਦੀ ਹੱਡੀ ਨਾ ਟੁੱਟੇ। ਕਹਿੰਦਾ ਉਂਗਲ ਪਾ ਕੇ, ਕਹਿੰਦਾ ਜਿੰਨੀ ਦੇਰ ਤੱਕ ਮੈਂ ਉਂਗਲ ਪਾ ਕੇ ਨਾ ਵੇਖਾਂ। ਉਹਨੇ ਉਂਗਲ ਪਾ ਕੇ ਤੇ ਤਾਂ ਉਹਨੂੰ ਯਕੀਨ ਆਇਆ, ਤੇ ਨੇਜ਼ਾ ਸਾਰਾ ਕੁਛ। ਤੇ ਅਗਰ, ਇਹ ਬੜੀ ਸੋਹਣੀ ਗੱਲ ਹੈ, ਜੇ ਉਹ ਸ਼ੱਕ ਨਾ ਕਰਦਾ ਤੇ ਇੰਨਾ ਭੇਤ ਖੁੱਲਣਾ ਹੀ ਨਹੀਂ ਸੀ। ਹਾਲੇਲੂਇਆ। ਸੋ ਇਹ ਬੜੀ ਅੱਛੀ ਗੱਲ ਹੈ ਕਿ ਇਹ ਸਾਡੇ, ਅਗਰ ਇਹ ਸਵਾਲ ਹੈ ਤੇ ਦੇਖੋ ਨਾ, ਇਹ ਸਾਡੇ ਜ਼ਿਹਨ ਵਿੱਚ ਹੀ ਨਹੀਂ ਕਿ ਵਾਕਈ ਇਹ ਵੀ ਇੱਕ ਹੋ ਸਕਦਾ ਹੈ, ਤੇ ਬਾਈਬਲ ਜਵਾਬ ਦੇ ਰਹੀ ਹੈ। ਬਿਲਕੁਲ, ਬੜੇ ਸਪਸ਼ਟ ਤਰੀਕੇ ਨਾਲ। ਸੋ ਆਪਾਂ ਪੜ੍ਹਨ ਕੀ ਲੱਗੇ ਹਾਂ ਕਿ ਜਿਹੜੇ ਆ ਵਿਸ਼ਵਾਸੀ ਨੇ, ਉਹਨਾਂ ਦੇ ਸਰੀਰ ਤੇ ਆਤਮਾ ਇਹ ਜਹੰਨਮ ਵਿੱਚ ਜਾਣਗੇ। ਪਹਿਲੇ ਉਹ ਪੜ੍ਹ ਲਓ, ਉਹ ਪੜ੍ਹ ਦਿਓ। ਹਾਂਜੀ, ਤੇ ਆਪਾਂ ਪੜ੍ਹਦੇ ਹਾਂ ਜੀ, ਮੱਤੀ 10 ਦੀ 28 ਦੇ ਵਿੱਚ ਲਿਖਿਆ ਹੈ, ਤੁਸੀਂ ਉਸ ਤੋਂ ਨਾ ਡਰੋ ਜੋ ਕੇਵਲ ਸਰੀਰ ਨੂੰ ਹੀ ਮਾਰ ਸਕਦਾ ਹੈ, ਪਰ ਪ੍ਰਾਣ ਦਾ ਕੁਝ ਵੀ ਨਹੀਂ ਵਿਗਾੜ ਸਕਦਾ। ਹਾਂ, ਪਰਮੇਸ਼ਰ ਤੋਂ ਡਰੋ ਜੋ ਸਰੀਰ ਅਤੇ ਪ੍ਰਾਣ ਦੋਹਾਂ ਦਾ ਨਰਕ ਕੁੰਡ ਵਿੱਚ ਨਾਸ਼ ਕਰ ਸਕਦਾ ਹੈ। ਕੀ ਬਾਤ। ਅੱਛਾ, ਹੁਣ ਇਹ ਲੋਕਾਂ ਨੂੰ ਵੀ ਸਰੀਰ ਮਿਲਣਾ ਜਿਹੜਾ ਨਾ, ਉਹ ਇਹੋ ਜਿਹਾ ਮਿਲੇਗਾ ਜਿਹਨੂੰ ਕੀੜਾ ਵੀ ਨਹੀਂ ਖਾਏਗਾ ਤੇ ਜਿਹਦੀ ਅੱਗ ਵੀ ਨਹੀਂ ਬੁਝੇਗੀ। ਹਾਂ, ਮਰਕਸ 9 ਦੀ 43 ਤੋਂ 48, ਮਾਰਕ ਚੈਪਟਰ 9 ਵਰਸ 43 to 48।
ਤੇ ਮੈਥਿਊ ਚੈਪਟਰ 25 41 ਐਂਡ 46 ਜ਼ਰਾ ਪੰਜਾਬੀ ਬੋਲੋ। ਹਾਂ ਤੇ ਅਜ਼ਾਇਆ ਚੈਪਟਰ 66 ਵਰਸ 24। ਹਾਂ ਆਪਾਂ ਦੇਖਿਆ ਜੀ ਮੱਤੀ 25 ਦੀ 41 ਤੇ 46, ਇਜ਼ਾਇਆ 66 ਦੀ 22 ਤੇ ਮੱਤੀ 9 ਦੀ 43 ਤੋਂ 48। ਇਹ ਉਹ ਸਰੀਰ ਹੋਏਗਾ ਜਿਹੜਾ ਅਵਿਸ਼ਵਾਸੀ ਜਾਂ ਪਾਪੀਆਂ ਨੂੰ ਮਿਲੇਗਾ। ਬਿਲਕੁਲ ਤੁਹਾਡੀ ਠੀਕ ਹੈ ਗੱਲ, ਕਿਉਂਕਿ ਦੇਖੋ ਰੂਹ ਜਾਣਦੀ ਹੈ, ਆਤਮਾ ਜਾਣਦੀ ਹੈ, ਪ੍ਰਾਣ ਜਿਹੜੀ ਹੈ ਉਹ ਮਹਿਸੂਸ ਕਰਦੀ ਹੈ ਤੇ ਸਰੀਰ ਦੁਖੀ ਰਹਿੰਦਾ ਹੈ। ਇਹ ਅਯੂਬ ਦੇ ਵਿੱਚ ਹੈ ਤੇ ਅਯੂਬ ਨੇ ਇਸ ਭੇਤ ਨੂੰ ਖੋਲਿਆ ਜੀ। ਜਿਸ ਤਰ੍ਹਾਂ ਉਹ ਆਪਾਂ ਜਦੋਂ ਉਹ ਕਹਾਣੀ ਆਪਾਂ ਯਿਸੂ ਮਸੀਹ ਕਹਿੰਦਾ ਹੈ ਨਾ, ਉਹ ਲਾਜ਼ਰਸ ਮਰ ਕੇ ਲੂਕਾ 16 ਦੀ 19 ਤੋਂ 31। ਹਾਂ ਉੱਥੇ ਉਹ ਕਹਿੰਦਾ ਉਹਨੂੰ ਕਹਿ ਆਪਣੇ ਉਹਨੂੰ ਉਂਗਲੀ ਲਾ ਕੇ ਉਹਨੂੰ ਪਿਆਸ ਲੱਗਦੀ ਹੈ, ਇਬਰਾਹਿਮ ਆਵਾਜ਼ ਮਾਰਦਾ ਹੈ ਨਾ ਉਹਨੂੰ ਕਹਿੰਦਾ। ਹਾਂਜੀ ਇਹ ਜਿਹੜੀ ਪੈਰਾਬਲ ਹੈ ਨਾ, ਹਾਂ ਇਹ ਪਹਿਲੀ ਪੈਰਾਬਲ ਹੈ ਜਿਹਦੇ ਵਿੱਚ ਯਿਸੂ ਨੇ ਨਾਂ ਦੱਸ ਦਿੱਤੇ ਨੇ। ਪੈਰਾਬਲਸ ਵਿੱਚ ਨਾਂ ਨਹੀਂ ਹੁੰਦੇ। ਇਹਦਾ ਮਤਲਬ ਹੈ ਕਿ ਪ੍ਰਭੂ ਯਿਸੂ ਮਸੀਹ ਖੁਦ ਕੁਲਸੀਆਂ 1 ਦੀ 16 ਦੇ ਮੁਤਾਬਿਕ, ਸੰਤ ਯੋਹੰਨਾ 1 ਦੀ 2 ਦੇ ਮੁਤਾਬਿਕ ਸਾਰੀਆਂ ਚੀਜ਼ਾਂ ਤੇ ਯਿਸੂ ਨੇ ਬਣਾਈਆਂ ਨੇ। ਉਹ ਕੋਈ ਪਰਸਤਾਨ ਦੀਆਂ ਕਹਾਣੀਆਂ ਨਹੀਂ ਸੁਣਾ ਰਿਹਾ ਇੱਧਰ ਉੱਧਰ, ਸਹੀ ਗੱਲ ਕਰ ਰਿਹਾ। ਹਾਂਜੀ ਬਿਲਕੁਲ ਜੀ। ਤੇ ਹਾਂ ਆਪਾਂ ਹੁਣ ਕਿਹੜਾ ਪੜ੍ਹਨਾ ਜੀ? ਇਬਰਾਹਿਮ ਦਾ ਨਾਂ ਹੈ, ਲਾਜ਼ਰ ਦਾ। ਉਹ ਜੀ ਲੂਕਾ ਬੰਦਾ ਹਾਂਜੀ, ਕਿ ਉਹਨਾਂ ਨੂੰ ਸਰੀਰ ਕਿਹੋ ਜਿਹੇ ਮਿਲਣਗੇ। ਅੱਛਾ ਠੀਕ ਹੈ ਨਾ, ਗੱਲ ਇਹੀ ਹੋ ਰਹੀ ਸੀ ਨਾ, ਜਿਹਦੇ ਨਾਲ ਉਹ ਫਿਰ ਉਹ ਸੜਨਗੇ ਨਹੀਂ, ਲੇਕਿਨ ਉਹਨਾਂ ਦਾ ਕੀੜਾ ਵੀ ਨਹੀਂ ਮਰੇਗਾ। ਜੀ ਹਾਂਜੀ। ਤੇ ਆਪਾਂ ਮਰਕਸ ਹਾਂ 9 ਦੀ 43 ਤੋਂ 48 ਜਿਹੜਾ ਸੀ ਨਾ ਆਪਾਂ ਦੇਖਿਆ ਹੈ ਨਾ। ਮਾਰਕ ਚੈਪਟਰ 9 ਵਰਸ 43 ਤੋਂ 48 ਤੇ ਮੈਥਿਊ 25 ਦੀ 41 ਤੇ 46। ਹਾਂਜੀ ਇਹ ਪੜ੍ਹਦੇ। ਯਸਾਇਆ 64 ਦੀ 24 24 ਹਾਂ 24। ਇਹ ਪੜ੍ਹਦੇ ਹੋ ਤੇ ਇਹ ਕਲੀਅਰ ਦੱਸ ਰਹੀ ਹੈ ਇਹ ਵਰਸਿਸ ਕਿ ਇਹੋ ਜਿਹਾ ਸਰੀਰ ਹੋਏਗਾ ਜੀ। ਤੇ ਆਪਾਂ ਪੜ੍ਹਦੇ ਹਾਂ ਜੀ ਮੱਤੀ ਪੜ੍ਹਦੇ ਨੇ ਜੀ 25 ਦੀ 41 ਤੋਂ 41 ਐਂਡ 46 41 ਤੇ 46। ਹਾਂਜੀ ਹਾਂਜੀ ਇਹਦਾ ਟਾਈਮ ਬਚ ਜਾਏਗਾ ਜੀ। ਇਹਦੇ ਵਿੱਚ ਲਿਖਿਆ ਹੈ ਜੀ ਮੱਤੀ ਪੜ੍ਹਦੇ 25 ਦੀ 41 ਅਤੇ 46। ਫਿਰ ਰਾਜਾ ਆਪਣੇ ਖੱਬੇ ਹੱਥ ਵਾਲਿਆਂ ਨੂੰ ਕਹੇਗਾ, ਤੁਸੀਂ ਜੋ ਪਰਮੇਸ਼ਰ ਦੇ ਸਰਾਪ ਹੇਠ ਹੋ, ਮੇਰੇ ਸਾਹਮਣੇ ਦੂਰ ਹੋ, ਉਸ ਹਮੇਸ਼ਾ ਬਲਣ ਵਾਲੀ ਅੱਗ ਦੇ ਵਿੱਚ ਚਲੇ ਜਾਓ ਜੋ ਸ਼ੈਤਾਨ ਉਸਦੇ ਦੂਤਾਂ ਦੇ ਲਈ ਤਿਆਰ ਕੀਤੀ ਗਈ ਹੈ। ਤੇ 46 ਦੇ ਵਿੱਚ ਲਿਖਿਆ ਹੈ, ਇਹ ਸਭ ਅਨੰਤ ਸਜ਼ਾ ਦੇ ਭਾਗੀ ਹੋਣਗੇ ਤੇ ਨੇਕ ਲੋਕ ਅੰਤਮ ਜੀਵਨ ਦੇ ਭਾਗੀ ਹੋਣਗੇ। ਅੰਤਮ ਜੀਵਨ। ਹਾਂਜੀ। ਤੇ ਮਰਕਸ ਹੈਗਾ ਜਿੱਥੇ ਕੀੜਾ ਨਹੀਂ ਖਾਏਗਾ ਉਹ ਜਿਹੜੀਆਂ ਉਹ ਜੀ ਮਰਕਸ ਦੇ ਵਿੱਚ ਦੇਖ ਲਓ 9 ਦੀ 43 ਹਾਂ ਹਾਂਜੀ ਤੋਂ ਪੜ੍ਹਦੇ ਜੀ। ਫਿਰ ਅਜ਼ਾਇਆ 66 ਦੀ 24 ਇਹ ਸਾਰੀਆਂ ਹੀ ਪੜ੍ਹਦੇ। ਹਾਂਜੀ ਹਾਂਜੀ। ਤੇ ਮਰਕਸ ਹੈਗੀ ਮਾਰਕ ਚੈਪਟਰ 9 ਹਾਂ ਮਾਰਕ 9 ਦੀ 43 ਹਾਂ 43 ਤੱਕ 43 ਤੋਂ 43। ਹਾਂਜੀ। ਜੇਕਰ ਤੇਰਾ ਹੱਥ ਤੇ ਤੈਨੂੰ ਠੋਕਰ ਖਵਾਵੇ ਤਾਂ ਉਸ ਨੂੰ ਵੱਢ ਦੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਟੁੰਡਾ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਤੂੰ 2 ਹੱਥਾਂ ਹੁੰਦਿਆਂ ਹੋਇਆ ਨਰਕ ਵਿੱਚ ਸੁੱਟਿਆ ਜਾਵੇਂ, ਜਿੱਥੇ ਨਾ ਬੁਝਣ ਵਾਲੀ ਅੱਗ ਹੈ, ਜਿੱਥੇ ਉਹਨਾਂ ਦਾ ਕੀੜਾ ਕਦੀ ਨਹੀਂ ਮਰਦਾ ਅਤੇ ਅੱਗ ਕਦੀ ਨਹੀਂ ਬੁਝਦੀ। ਜੇਕਰ ਤੇਰਾ ਪੈਰ ਤੈਨੂੰ ਗਲਤ ਰਾਹ ਉੱਤੇ ਚਲਾਵੇ ਤਾਂ ਉਸ ਨੂੰ ਵੱਢ ਸੁੱਟ, ਤੇਰੇ ਲਈ ਇਹ ਹੀ ਚੰਗਾ ਹੈ ਕਿ ਤੂੰ ਲੰਗੜਾ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਤੂੰ 2 ਪੈਰ ਰੱਖਦਾ ਹੋਇਆ ਨਰਕ ਵਿੱਚ ਜਾਵੇਂ, ਜਿੱਥੇ ਉਹਨਾਂ ਦਾ ਕੀੜਾ ਕਦੀ ਨਹੀਂ ਮਰਦਾ ਅਤੇ ਅੱਗ ਕਦੀ ਨਹੀਂ ਬੁਝਦੀ। ਜੇਕਰ ਤੇਰੀ ਅੱਖ ਤੈਨੂੰ ਗਲਤ ਰਾਹ ਉੱਤੇ ਪਾਵੇ ਤਾਂ ਉਸ ਨੂੰ ਕੱਢ ਸੁੱਟ, ਤੇਰੇ ਲਈ ਇਹ ਚੰਗਾ ਹੈ ਕਿ ਤੂੰ ਕਾਣਾ ਹੋ ਕੇ ਪਰਮੇਸ਼ਰ ਦੇ ਰਾਜ ਵਿੱਚ ਜਾਵੇਂ, ਬਜਾਏ ਇਸ ਦੇ ਕਿ 2 ਅੱਖਾਂ ਹੁੰਦਿਆਂ ਹੋਇਆਂ ਨਰਕ ਵਿੱਚ ਸੁੱਟਿਆ ਜਾਵੇਂ। ਹਾਂਜੀ ਹਾਂਜੀ 66 ਵੀ ਯਸਾਇਆ ਦੀ ਪੜ੍ਹ ਦਿਓ 66 ਹਾਂਜੀ ਦੀ 24। ਸੋ ਇਹ ਇੱਕ ਸਰੀਰ ਹੈ ਜਿਹਦਾ ਜ਼ਿਕਰ ਹੈ ਕਿ ਇਹਦਾ ਕੀੜਾ ਵੀ ਨਹੀਂ ਮਰੇਗਾ ਤੇ ਨਾ ਇਹ ਬਲੇਗਾ। ਹਾਂ ਹਾਂਜੀ।
ਦੇਖੋ ਆ ਸਰੀਰ ਤੇ ਵਿਸ਼ਵਾਸੀ ਜਿਹੜੇ ਬਲੀਵਰਸ ਤੇ ਅਨਬਲੀਵਰਸ ਦੇ ਤੇ ਨਾਸ਼ਵਾਨ, ਇਹ ਤੇ ਖਾਕ ਰਾਖ ਇਹਨੂੰ ਭਾਵੇਂ ਸਾੜ ਦਿਓ, ਇਹਨੂੰ ਕਰ ਦਿਓ, ਇਹ ਮਿੱਟੀ ਨਾਲ ਮਿਲ ਜਾਏਗੀ। ਕਿਉਂਕਿ ਉਤਪਤੀ 2 ਦੀ 7 ਵਿੱਚ ਪਰਮੇਸ਼ਵਰ ਪ੍ਰਭੂ ਨੇ, ਯਾਹਵੇ ਨੇ, ਲਾਰਡ ਗॉड ਨੇ ਇਹ ਮਿੱਟੀ ਨਾਲ ਬੰਦੇ ਨੂੰ ਬਣਾਇਆ ਤੇ ਉੱਥੇ ਟੁੱਟ ਜਾਏਗਾ। ਤੂੰ ਮਿੱਟੀ ਹੈ, ਮਿੱਟੀ ਟੁੱਟ ਜਾਏਗਾ। ਬੜੇ ਬਿਆਨ ਨੇ। ਸੋ ਇਹ ਪੜ੍ਹ ਦਿਓ ਜੀ, ਇਹ ਜਿਸਮ ਇਹ ਜਿਹੜਾ ਨਾ ਉਹ ਨया। ਹਾਂ ਜੀ ਯਸਾਇਆ 66 ਦੀ 24 ਹਾਂਜੀ ਇਹ ਜਿਹੜੇ ਨਹੀਂ ਵਿਸ਼ਵਾਸੀ ਉਹਨਾਂ ਦੇ ਲਿਖੇ ਨੇ। ਤੇ ਜਦੋਂ ਉਹ ਉੱਥੇ ਜਾਣਗੇ ਤਾਂ ਉਹ ਉਹਨਾਂ ਲੋਕਾਂ ਦੀਆਂ ਲਾਸ਼ਾਂ ਨੂੰ ਦੇਖਣਗੇ ਜਿਨ੍ਹਾਂ ਉੱਤੇ ਵਿਰੋਧ ਕੀਤਾ ਸੀ, ਜਿਨ੍ਹਾਂ ਦੇ ਵਿਰੁੱਧ ਵਿਦਰੋਹ ਕੀਤਾ ਸੀ। ਹਾਂਜੀ, ਉਹਨਾਂ ਦਾ ਲੱਗਾ ਕੀੜਾ ਕਦੇ ਨਹੀਂ ਮਰਦਾ ਅਤੇ ਉਹਨਾਂ ਦੀ ਅੱਗ ਕਦੀ ਨਹੀਂ ਬੁਝੇਗੀ ਅਤੇ ਉਹਨਾਂ ਨੂੰ ਦੇਖ ਕੇ ਸਭ ਮਾਨਵ ਘਿਰਣਾ ਕਰਨਗੇ। ਹਾਂਜੀ। ਸੋ ਇਹ ਇੱਕ ਬਦਨ ਹੈਗਾ ਜਿਹੜਾ ਬੜਾ ਅੱਛਾ ਸਵਾਲ ਤੁਸੀਂ ਕੀਤਾ। ਸੋ ਗੱਲ ਕਰਨ ਦੀ ਇਹ ਵੇ ਕਿ ਜਿਸ ਤਰ੍ਹਾਂ ਬਲੀਵਰਸ ਦਾ ਇੱਕ ਸਰੀਰ ਹੈ, ਹਾਂਜੀ, ਉਹਨਾਂ ਨੂੰ ਮਿਲੇਗਾ ਯਿਸੂ ਦੇ ਖੂਨ ਖਰੀਦਿਆਂ ਨੂੰ, ਇੱਦਾਂ ਹੀ ਇਹਨਾਂ ਨੂੰ ਵੀ ਇੱਕ ਸਰੀਰ ਇਹੋ ਜਿਹਾ ਮਿਲੇਗਾ ਜਿਹਦਾ ਕੀੜਾ ਨਹੀਂ ਮਰੇਗਾ ਤੇ ਜਿਹਨੂੰ ਅੱਗ ਸਾੜੇਗੀ ਨਹੀਂ, ਬਲਕਿ ਮਤਲਬ ਹਮੇਸ਼ਾ ਲਈ ਉਹ ਤੜਪਦੇ। ਹਾਂ, ਬਾਕੀ ਪੌਲ ਨੇ ਇਹ ਵੀ ਕਿਹਾ ਜੀ ਹਰ ਤਰ੍ਹਾਂ ਦੇ ਰੂਹਾਨੀ ਉਹਨਾਂ ਦਾ ਵੀ ਸਰੀਰ ਹੈਗਾ, ਹਾਂਜੀ, ਵੱਖਰੇ ਜੀ ਉਹ ਪਹਿਲਾ ਕਰੰਥੀਆਂ 15 'ਚ ਕਿ ਸਵਰਗੀ ਵੀ ਸਰੀਰ ਨੇ। ਹਾਂ, ਹਾਂਜੀ, ਹੈ ਨਾ, ਬਿਲਕੁਲ, ਉਹ ਵੀ ਪੜ੍ਹ ਦਿਓ। ਓਕੇ, ਹਾਂਜੀ। ਤੇ ਫਿਰ ਅੱਛਾ ਜੀ ਕੀ ਬਾਤ ਹੈ। ਨਹੀਂ, ਇਹ ਬੜਾ ਅੱਛਾ ਹੈ ਜੀ। 38 ਤੋਂ 41 ਹਾਂ, ਕਿੰਨਾ ਪਹਿਲਾ ਕਰੰਥੀਆਂ ਦਾ ਕਿੰਨਾ ਜੀ? 15 ਜੀ। ਓਕੇ ਜੀ 38 ਤੋਂ 41 ਤੱਕ। ਹਾਂਜੀ, ਪਹਿਲਾ ਇਹ ਅੱਛਾ ਹੈ ਕਿ ਵਿੱਚ ਸਵਾਲ ਇਹ ਬਹੁਤ ਜ਼ਰੂਰੀ ਨੇ। ਹਾਂ, ਹਾਂਜੀ, ਇਹ ਸਾਡੇ ਜ਼ਿਹਨ 'ਚ ਨਹੀਂ ਸਨ ਕਿ ਇਹਨਾਂ ਨੂੰ ਕਲੀਅਰ ਕਰਨਾ ਚਾਹੀਦਾ, ਪਰ ਹਾਂਜੀ, ਪਰਮੇਸ਼ਵਰ ਦਾ ਸ਼ੁਕਰ ਕਰਨੇ ਆ ਕਿ ਉਹ ਚੇਤੇ ਕਰਾ ਦਿੰਦਾ। ਹਾਂ, ਹਾਂਜੀ। ਪਹਿਲਾ ਕਰੰਥੀਆਂ 15 ਦੀ 38 ਤੋਂ 41 ਦੇ ਵਿੱਚ ਇਹ ਲਿਖਿਆ ਹੈ। ਹਾਲੇਲੂਇਆ। ਕਿਉਂਕਿ ਕਈ ਵਾਰੀ ਆਪਾਂ ਇਹ ਚੀਜ਼ਾਂ ਆਟੋਮੈਟਿਕਲੀ ਸੋਚ ਲੈਂਦੇ ਹੈਗੇ ਹਾਂ, ਕਿਸੇ ਦਾ ਇਹ ਸਵਾਲ ਹੋ ਸਕਦਾ ਹੈ। ਹਾਂਜੀ, ਤੇ ਹੁਣ ਉਹ ਹੋਰ ਪ੍ਰਕਾਸ਼ ਖੁੱਲ ਜਾਂਦਾ ਹੈ, ਰੈਵੋਲੂਸ਼ਨ ਖੁੱਲ ਜਾਂਦਾ ਹੈ। ਹਾਂ, ਹਾਂਜੀ, ਇਹ ਹੀ ਪ੍ਰਭੂ ਦੇ ਵਚਨ ਦੀ ਖੂਬਸੂਰਤੀ ਹੈ ਕਿ ਕੋਈ ਵੀ ਸਵਾਲ ਹੈ ਉਹਦਾ ਜਵਾਬ ਇਹ ਨਹੀਂ ਦੇਣਾ। ਹਾਂ, ਵਿੱਚ ਪਹਿਲਾ ਕਰੰਥੀਆਂ 15 ਦੀ 38 ਤੋਂ 41 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। 1 Corinthians chapter 15 verse 38 to 41। ਹਾਂਜੀ, ਆਪਣੇ ਲਿਖਿਆ, ਪਰਮੇਸ਼ਰ ਆਪਣੀ ਇੱਛਾ ਅਨੁਸਾਰ ਉਸ ਨੂੰ ਸਰੀਰ ਦਿੰਦਾ ਹੈ। ਹਾਂਜੀ, ਇੱਥੇ ਸਾਫ਼ ਲਿਖਿਆ। ਤੇ ਹਰ ਬੀਜ ਨੂੰ ਉਸ ਦਾ ਆਪਣਾ ਸਰੀਰ। ਹਰ ਸਰੀਰ ਇੱਕ ਹੀ ਤਰ੍ਹਾਂ ਦੇ ਨਹੀਂ ਹਨ। ਹਾਂਜੀ, ਮਨੁੱਖਾਂ ਦਾ ਸਰੀਰ ਇੱਕ ਤਰ੍ਹਾਂ ਦਾ ਹੈ, ਪਸ਼ੂਆਂ ਦਾ ਦੂਜੀ ਤਰ੍ਹਾਂ ਦਾ, ਪੰਛੀਆਂ ਦਾ ਹੋਰ, ਫਿਰ ਸਵਰਗੀ ਸਰੀਰ ਵੱਖ ਹਨ ਅਤੇ ਸੰਸਾਰਕ ਵੱਖ ਹਨ। ਸਵਰਗੀ ਸਰੀਰ ਵੀ ਹਨ, ਹਾਂਜੀ, ਉਹ ਵੱਖ ਹਨ, ਲਿਖਿਆ ਨਾ। ਇਸ ਤਰ੍ਹਾਂ ਉਹਨਾਂ ਦਾ ਪ੍ਰਤਾਪ ਵੀ ਵੱਖ-ਵੱਖ ਹੈ। ਕਿਆ ਬਾਤ ਹੈ। ਹਾਂਜੀ, ਸੂਰਜ ਦਾ ਪ੍ਰਤਾਪ ਵੱਖਰਾ, ਚੰਦਰਮਾ ਦਾ ਆਪਣਾ, ਤਾਰਿਆਂ ਦਾ ਆਪਣਾ। ਬੇਸ਼ੱਕ ਤਾਰਿਆਂ ਵਿੱਚ ਆਪਣੇ ਪ੍ਰਤਾਪ ਦੀ ਭਿੰਨਤਾ ਵੀ ਹੈ। ਹਾਂਜੀ, ਹਾਂਜੀ। ਇਹ ਆਪਾਂ ਟਾਪਿਕ ਕਰ ਰਹੇ ਹਾਂ ਇਸ ਅਦਾਲਤ ਦਾ ਦੀ ਪਰਪਸ ਆਫ ਜਜਮੈਂਟ। ਇਹਦਾ ਹਾਂਜੀ, ਉਹ ਪੜ੍ਹ ਲਿਓ। ਇਹ 42 ਵੀ ਪੜ੍ਹਦੇ ਨਾਲ ਲੱਗਦੀ ਬਿਲਕੁਲ। ਪਹਿਲੇ ਇਹਨੂੰ ਕਲੀਅਰ ਕਰ ਲਓ, ਫਿਰ ਅੱਗੇ ਇੱਥੇ ਅਸੀਂ ਅਗਲੀ ਸਟੱਡੀਆਂ ਚੱਲ ਜਾਵਾਂਗੇ। ਹਾਂ, ਮੈਂ 41 ਤੱਕ ਪੜ੍ਹੀ ਹੈ, 42 ਵੀ ਪੜ੍ਹਦੇ ਨੇ। ਇਹ 'ਚ ਲਿਖਿਆ, ਜਦੋਂ ਮੁਰਦੇ ਜ਼ਿੰਦਾ ਕੀਤੇ ਜਾਣਗੇ। ਹਾਂਜੀ, ਕਿਆ ਬਾਤ। ਤਾਂ ਇਹ ਇਸ ਤਰ੍ਹਾਂ ਦਾ ਤਾਂ ਪਹਿਲਾਂ ਉਹ ਆਪਣੇ ਪੰਛੀਆਂ ਦਾ ਸਰੀਰ, ਹਾਂਜੀ, ਜਾਨਵਰਾਂ ਦਾ ਸਰੀਰ, ਫਿਰ ਚੰਦ ਸੂਰਜ, ਫਿਰ ਆਪਣੇ ਮੁਰਦੇ ਜ਼ਿੰਦਾ ਕੀਤੇ ਜਾਣਗੇ, ਉਹਦੀ ਗੱਲ ਕਰ ਰਿਹਾ। ਜਦੋਂ ਮੁਰਦੇ ਜ਼ਿੰਦਾ ਕੀਤੇ ਜਾਣਗੇ ਤਾਂ ਉਹ ਇਸ ਤਰ੍ਹਾਂ ਹੋਣਗੇ, ਬੀਜ ਦਾ ਸਰੀਰ ਵੀ ਮਰਨਹਾਰ ਹਾਲਤ ਵਿੱਚ ਦੱਬਿਆ ਜਾਂਦਾ ਹੈ, ਪਰ ਅਮਰ ਹਾਲਤ ਵਿੱਚ ਜ਼ਿੰਦਾ ਕੀਤਾ ਜਾਂਦਾ ਹੈ। ਹਾਂਜੀ, ਤੇ
ਇਹ ਹੀਣ ਹਾਲਤ ਵਿੱਚ ਦੱਬਿਆ ਜਾਂਦਾ ਹੈ, ਪਰ ਮਾਣ ਵਾਲੀ ਹਾਲਤ ਵਿੱਚ ਜ਼ਿੰਦਾ ਕੀਤਾ ਜਾਂਦਾ ਹੈ। ਇਹ ਨਿਰਬਲ ਹਾਲਤ ਵਿੱਚ ਦੱਬਿਆ ਜਾਂਦਾ ਹੈ, ਪਰ ਸ਼ਕਤੀਸ਼ਾਲੀ ਹਾਲਤ ਵਿੱਚ ਜ਼ਿੰਦਾ ਕੀਤਾ ਜਾਂਦਾ ਹੈ। ਇਹ ਸੰਸਾਰਕ ਸਰੀਰ ਨਾਲ ਦੱਬਿਆ ਜਾਂਦਾ ਹੈ, ਪਰ ਆਤਮਿਕ ਸਰੀਰ ਨਾਲ ਜ਼ਿੰਦਾ ਕੀਤਾ ਜਾਂਦਾ ਹੈ। ਸੰਸਾਰਕ ਸਰੀਰ ਵੀ ਹਨ ਅਤੇ ਆਤਮਿਕ ਸਰੀਰ ਵੀ ਹਨ। ਵਾਹ, ਹਾਂਜੀ। ਤੇ ਇਹ ਜਿਹੜਾ ਨਾ 43 ਵਰਸ, ਹੋਰ ਵੀ ਸਾਰੀਆਂ ਹੋਰ ਵੀ ਇਹ ਸਾਰੀਆਂ ਬੜੀ ਬੜੀ ਡਿਟੇਲ। ਹਾਂ 43 ਆਇਤ ਜਿਹੜੀ ਹੈ ਨਾ ਪਹਿਲਾ ਕਰੰਥੀਆਂ ਚੈਪਟਰ 15 ਵਰਸ 43, ਇਹ ਜਦੋਂ ਕੋਈ ਬੰਦਾ ਪੂਰਾ ਹੋ ਜਾਂਦਾ ਹੈ ਤੇ ਅਕਸਰ ਅਸੀਂ ਉਹਦੀ ਫਿਊਨਰਲ ਤੇ ਜਾਂਦੇ ਹਾਂ ਤੇ ਅਸੀਂ ਪਹਿਲੀ ਚੀਜ਼ ਵੇਖਦੇ ਹਾਂ ਇਹਦੀ ਸ਼ਕਲ ਕਿੰਜ। ਸੋ ਬਾਈਬਲ ਦੇ ਵਿੱਚ ਇਹ ਕੋਈ ਕ੍ਰਾਈਟੇਰੀਆ ਨਹੀਂ ਕਿ ਇੱਕ ਬੰਦਾ ਜਿਹਨੂੰ ਅਸੀਂ ਵੇਖ ਰਹੇ ਹਾਂ ਤੇ ਉਹਦਾ ਚਿਹਰਾ ਬੜਾ ਅੱਛਾ ਲੱਗ ਰਿਹਾ ਤੇ ਅਸੀਂ ਕਹੀਏ ਇਹ ਬੜਾ ਧਰਮੀ ਬੰਦਾ। ਨਹੀਂ, ਬਾਈਬਲ ਇਹ ਦੱਸਦੀ ਏ 43 ਵਰਸ ਵਿੱਚ ਕਿ ਦੇਖੋ ਪ੍ਰਭੂ ਯਿਸੂ ਮਸੀਹ ਦੇ 12 ਚੇਲੇ ਯਹੂਦਾ ਨੂੰ ਕੱਢ ਕੇ ਉਹਦੇ ਤੇ 11 ਦੀਆਂ ਅਗਰ ਤੁਸੀਂ ਦੇਖੋ ਕਿ ਉਹਨਾਂ ਦੀਆਂ ਸ਼ਕਲਾਂ ਵੀ ਨਹੀਂ ਸਨ ਪਛਾਣੀਆਂ ਜਾਂਦੀਆਂ, ਮੂੰਹ ਫੇਰ ਦਿੱਤੇ ਸਨ, ਸਾਰਾ ਕੁਝ ਫੇਰ ਦਿੱਤੇ ਸਨ, ਲੇਕਿਨ ਇੱਕੋ ਹੀ ਯੋਹੰਨਾ ਜਿਹਨੇ ਪ੍ਰਕਾਸ਼ ਦੀ ਪੋਥੀ ਲਿਖੀ ਉਹ ਆਪਣਾ ਮੌਤ ਮਤਲਬ ਮੌਤ ਮਰਿਆ ਤੋਂ ਮੁਰਾਦ ਇਹ ਹੋ ਗਿਆ ਕਿ ਉਹ ਨਹੀਂ ਇਹੋ ਜਿਹੀ ਮੌਤ ਮਰਿਆ। ਲੇਕਿਨ ਹੁਣ ਅਸੀਂ ਕਹੀਏ ਕਿ ਜੀ ਜੇ ਸਰੀਰ ਵੇਖ ਕੇ ਕਹੀਏ ਤੇ ਸਾਡੇ ਜ਼ਿਹਨ 'ਚ ਆਉਂਦਾ ਇਹ ਤੇ ਬੜੇ ਪਾਪੀ ਬੰਦਾ ਹੋਣਾ ਯਾਰ, ਦੇਖੋ ਇਹਦੀ ਮੌਤ ਕਿੰਝ। ਬਾਈਬਲ ਦਾ ਕ੍ਰਾਈਟੇਰੀਆ ਇਹ ਵੇ ਕਿ 43 ਵਰਸ ਪੜ੍ਹੋ ਕਿ ਕੀ ਲਿਖਿਆ ਹੈ। ਹਾਂਜੀ, ਇਹਦੇ ਵਿੱਚ ਲਿਖਿਆ ਜੀ ਪਹਿਲਾ ਕਰੰਥੀਆਂ 15 ਦੀ 43 ਵਿੱਚ ਲਿਖਿਆ ਹੈ ਇਹ ਹੀਣ ਹਾਲਤ ਵਿੱਚ ਦੱਬਿਆ ਜਾਂਦਾ। ਕਿਹੜੀ ਹਾਲਤ? ਹੀਣ, ਇਹ ਜਿਹੜੀ ਨਾਮ ਵੇਖਣਾ। ਹਾਂ ਹਾਂਜੀ, ਪਰ ਮਾਣ ਵਾਲੀ ਹਾਲਤ ਵਿੱਚ ਜ਼ਿੰਦਾ ਕੀਤਾ ਜਾਂਦਾ ਹੈ। ਤੇ ਇਸ ਲਈ ਇਹ ਸ਼ਕਲਾਂ ਕੁਝ ਵੀ ਹੋ ਜਾਣ, ਇਹ ਜਦੋਂ ਧਰਮੀਆਂ ਦੀ ਗੱਲ ਹੋ ਰਹੀ ਹੈ ਇਹ ਯਾਦ ਰੱਖਣਾ, ਤੇ ਉਹਨਾਂ ਨੂੰ ਇਹ ਸਰੀਰ ਜਿਹੜੇ ਨੇ ਹੋਰ ਮਿਲਣਗੇ। ਉਹ ਇਹ ਨਹੀਂ ਕਿ ਅਸੀਂ ਕਿਸੇ ਨੂੰ ਵੇਖ ਲਈਏ ਜਾਂ ਕੋਈ ਪਰਮੇਸ਼ਵਰ ਦਾ ਬੰਦਾ ਐਕਸੀਡੈਂਟ ਵਿੱਚ ਮਰ ਗਿਆ, ਇਹ ਕੋਈ ਕ੍ਰਾਈਟੇਰੀਆ ਨਹੀਂ ਕਿ ਅਸੀਂ ਇਹ ਕਹੀਏ ਕਿ ਜੀ ਇਹ ਬੜਾ ਪਾਪੀ ਸੀ। ਹਾਂਜੀ, ਇਹ ਸਰੀਰ ਹੈ। ਅੱਛਾ, ਇੱਕ ਹੋਰ ਗੱਲ ਹੈ, ਉਹ 3 ਦੀ 4 ਆਇਤ ਪੜ੍ਹੋ, ਪਹਿਲਾ ਪਤਰਸ 3 ਦੀ 4 ਆਇਤ। ਖੁਦਾ ਦੇ ਨਜ਼ਦੀਕ ਸਾਡੀ ਪ੍ਰਾਣ ਤੇ ਸਾਡੀ ਆਤਮਾ ਜਿਹੜੀ ਨਾਸ਼ਵਾਨ ਹੈ, ਇਮੋਰਟਲ। ਹਾਂਜੀ, ਠੀਕ ਹੈ। ਹਾਂ, ਇਮੋਰਟਲ ਜਿਹੜੀ ਨਾਸ਼ ਨਾ ਹੋਣ ਵਾਲੀ, ਨਾਸ਼ ਨਾ ਹੋਣ, ਇਹ ਗੱਲ ਤੁਸੀਂ ਕਰੈਕਸ਼ਨ ਕਰਾਂਗੇ ਤੇ ਉਹਦੀ ਵੈਲਿਊ ਜੇ ਇਹਨੂੰ ਕਹਿੰਦੇ ਨੇ ਇਨਰ ਮੈਨ, ਮੀਨਸ ਸਾਡਾ ਪ੍ਰਾਣ, ਸੋਲ, ਜਾਨ, ਤੇ ਮੋਸਟ ਇਨਰ ਮੈਨ ਜਿਹੜਾ ਨਾ ਉਹ ਸਾਡਾ। ਜਲਦੀ ਨਾ ਪੜ੍ਹ ਦਿਓ ਜੀ, ਟਾਈਮ ਹੋ ਗਿਆ ਜੀ। ਪਹਿਲਾ ਪਤਰਸ 3 ਦੀ 4 ਦੇ ਵਿੱਚ ਲਿਖਿਆ ਹੈ, ਸਗੋਂ ਤੁਹਾਡੀ ਸੁੰਦਰਤਾ ਤੁਹਾਡੇ ਅੰਦਰਲੇ ਗੁਣਾਂ ਅਰਥਾਤ ਦੀਨਤਾ, ਸ਼ਾਂਤ ਸੁਭਾਅ ਤੇ ਨਿਰਭਰ ਹੋਣੀ ਚਾਹੀਦੀ ਹੈ। ਇਹ ਸੁੰਦਰਤਾ ਨੂੰ ਕਿਸੇ ਤਰ੍ਹਾਂ ਦੀ ਵੀ ਵਿਗਾੜਿਆ ਨਹੀਂ ਜਾ ਸਕਦਾ ਅਤੇ ਇਹ ਪਰਮੇਸ਼ਰ ਦੇ ਸਾਹਮਣੇ ਵੀ ਬਹੁਮੁੱਲੀ ਹੈ। ਸਾਡੀ ਸੋਲ ਤੇ ਸਪਿਰਿਟ ਠੀਕ ਹੈ। ਬਾਕੀ ਸਾਡੀਆਂ ਜਿਹੜੀਆਂ ਇਮੋਸ਼ਨਸ, ਫੀਲਿੰਗਸ ਜਿਹੜੀਆਂ ਹੈਗੀਆਂ ਨਾ, ਉਹ ਜਿਹੜੀਆਂ ਮਾਈਂਡ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ, ਉਹ ਹਿੱਸਾ ਉਹ ਵੀ ਨਾਲ ਹੀ ਜਾਂਦਾ ਆ ਉੱਥੇ। ਫਿਰ ਉਹ ਰੋਣਾ ਕਰਲਾਉਣਾ ਆ, ਦੰਦਾਂ ਦਾ ਪੀਸਣਾ ਆ। ਮਰਨ ਤੋਂ ਬਾਅਦ ਵਿਸ਼ਵਾਸੀ ਹੋਸ਼ੋ ਹਵਾਸ ਵਿੱਚ ਹੁੰਦੇ ਨੇ। ਉਹਨਾਂ ਨੂੰ ਜਦੋਂ ਉਹਨਾਂ ਦਾ ਸਾਹ ਨਿਕਲ ਜਾਂਦਾ, ਪਿਛਲੀ ਸਾਰੀਆਂ ਯਾਦਾਂ ਹੁੰਦੀਆਂ ਨੇ। ਲੂਕਾ 16 ਦੀ 19 ਤੋਂ 31 ਪੜ੍ਹ ਲੈਣਾ। ਹਾਲੇਲੂਇਆ। ਔਰ ਇਸੇ ਤਰ੍ਹਾਂ ਹੀ ਜਿਹਨਾਂ ਨਰਕ ਜਾਣਾ ਉਹਨਾਂ ਨੂੰ ਵੀ ਪੂਰੀ ਹੋਸ਼ੋ ਹਵਾਸ, ਉਹਨਾਂ ਨੂੰ ਵੀ ਪੂਰੀ ਸਮਝ, ਫੀਲਿੰਗ ਹੁੰਦੀ ਹੈ। ਥੈਂਕ ਯੂ ਜੀ, ਹਾਲੇਲੂਇਆ, ਥੈਂਕ ਯੂ ਪਰਮੇਸ਼ਰ ਪਿਤਾ। ਜੋ ਕੁਝ ਵੀ ਆਪਦੇ ਵਚਨ ਦੇ ਵਿੱਚ ਪੜ੍ਹਿਆ ਗਿਆ, ਸੁਣਿਆ ਗਿਆ, ਸਿੱਖਿਆ ਗਿਆ, ਸਮਝਿਆ ਗਿਆ, ਬੋਲਿਆ ਗਿਆ ਪਵਿੱਤਰ ਆਤਮਾ ਦੁਆਰਾ, ਉਹ ਸਭ ਸਾਡੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ। ਸੁਣਨ ਵਾਲਿਆਂ ਦੇ ਅੰਦਰ ਵਸ ਜਾਏ, ਉਹ ਬਹੁਤ ਸਾਰਾ ਫਲ ਲੈ ਕੇ ਆਵੇ ਪਰਮੇਸ਼ਰ ਪਿਤਾ। ਔਰ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਵਿੱਚ ਢੱਕਦੇ ਹਾਂ, ਸੀਲ ਕਰਦੇ ਹਾਂ, ਤਾਂ ਕਿ ਦੁਸ਼ਮਣ ਚੁਰਾ ਨਾ ਸਕੇ। ਔਰ ਇਹ ਵਚਨ ਦੂਰ ਦੂਰ ਤੱਕ ਫੈਲੇ, ਤਾਂ ਕਿ ਆਪ ਦੇ ਰਾਜ ਦੇ ਲਈ ਕੰਮ ਹੋ ਸਕੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।